ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਪ੍ਰਸਾਦ ਜਿਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ ਸੁਕੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਐ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੇ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਵਾਹਿਗੁਰੂ ਸਾਹਿਬ ਜੀ ਪਹਿਲ ਪੁਰੀਏ ਪੁੰਡਰਕ ਵੰਨਾ ਤਾਂਚੇ ਹੰਸਾ ਸਗਲੇ ਜਨਾ ਪਹਿਲ ਪੁਰੀਏ ਪੁੰਡਰਕ ਵੰਨਾ ਤਾਂਚੇ ਹੰਸਾ ਸਗਲੇ ਜਨਾ ਕ੍ਰਿਸ਼ਨਾ ਤੇ ਜਾਨੂ ਹਰ ਹਰ ਨਾਚੰ ਤੇ ਨਾਚਨਾ ਪਹਿਲ ਪੁਰੀਏ ਪੁੰਡਰਕ ਵੰਨਾ ਤਾਜੇ ਹੰਸਾ ਸਗਲੇ ਜਨਾ ਕ੍ਰਿਸ਼ਨਾ ਤੇ ਜਾਨੋ ਹਰ ਹਰ ਨਾਚੰ ਤੇ ਨਾਚਨਾ ਪਹਿਲ ਪੁਰਸਾ ਬਿਰਾ ਅਥੋਨ ਪੁਰਸਾ ਦਮਰਾ ਅਸਗਾ ਅਸ ਉਸਗਾ ਹਰ ਕਾ ਬਾਗਰਾ ਨਾਚੈ ਪਿੰਦੇ ਮੈਂ ਸਾਗਰਾ ਰਹਾਉ ਨਾਚੰਤੇ ਗੋਪੀ ਜਨਾ ਨੈया ਤੇ ਬੈਰੇ ਕਨਾ ਤਰਕ ਨਾਚਾ ਭਰਮੀਆਂ ਚਾ ਕੇਸਵਾ ਬਚਉਨੇ ਆਈਏ ਮਈਏ ਏਕ ਆਣ ਜਿਉ ਪਿੰਦੇ ਉਪਗਲੇ ਸੰਸਾਰਾ ਭ੍ਰਮ ਭ੍ਰਮ ਆਏ ਤੁਮ ਚੇ ਦੁਆਰਾ ਤੂੰ ਕੌਣ ਰੇ ਮੈਂ ਜੀ ਨਾਮਾ ਹੋ ਜੀ ਆਲਾ ਤੇ ਨਿਵਾਰਣਾ ਜਬ ਕਾਰਣਾ ਪਿੰਦੇ ਉਪਕਲੇ ਸੰਸਾਰਾ ਭ੍ਰਮ ਭ੍ਰਮ ਆਏ ਤੁਮ ਚੇ ਦੁਆਰਾ ਤੂੰ ਕੌਣ ਰੇ ਮੈਂ ਜੀ ਨਾਮਾ ਹੋ ਜੀ ਆਲਾ ਤੇ ਨਿਵਾਰਣਾ ਜਮ ਕਾਰਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ
ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਹਰ ਹਜੂਰ ਸ਼ਬਦ ਗੁਰੂ ਜੁਗੋਂ ਜੋਗਾ ਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਹੁਕਮ ਦੀ ਵਿਚਾਰ ਦੇ ਨਾਲ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ ਸਾਰੇ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲ ਪੁਰੀਏ ਪੁੰਡਰਕ ਵਨਾ, ਤਾਂਚੇ ਹੰਸਾ ਸਗਲੇ ਜਨਾ। ਭਗਤ ਨਾਮਦੇਵ ਜੀ ਦਾ ਪਾਵਨ ਬਚਨ ਰਾਗ ਧਨਾਸਰੀ ਦੇ ਅੰਦਰ ਹੈ। ਧਨਾਸਰੀ ਬਾਣੀ ਭਗਤ ਨਾਮਦੇਵ ਜੀ ਇਸ ਸਰਲੇਖ ਦੇ ਹੇਠ ਇਹ ਭਗਤ ਜੀ ਦਾ ਚੌਥਾ ਸ਼ਬਦ ਹੈ। ਅੰਗ ਨੰਬਰ 693 ਅਤੇ 694 ਹੈ। ਔਰ ਭਗਤ ਨਾਮਦੇਵ ਜੀ ਨੇ ਇਸ ਪਾਵਨ ਸ਼ਬਦ ਦੇ ਰਾਹੀਂ ਉਸ ਪਰਿਪੂਰਨ ਪਰਮਾਤਮਾ ਦੀ ਵਡਿਆਈ, ਉਸ ਪਰਮੇਸ਼ਰ ਦੀ ਸਿਫਤ ਕਰਦੇ ਹੋਇਆ ਕਿ ਜਿਵੇਂ ਉਹਨੇ ਸ੍ਰਿਸ਼ਟੀ ਬਣਾਈ ਤੇ ਬਣਾ ਕੇ ਜਿਵੇਂ ਸ੍ਰਿਸ਼ਟੀ ਦੇ ਵਿੱਚ ਆਪ ਵਸ ਗਿਆ, ਉਹ ਸਾਰਾ ਹਾਲ ਇਹਦੇ 'ਚ ਵਰਣਨ ਕੀਤਾ ਹੈ। ਔਰ ਪਹਿਲੀਆਂ ਪੰਕਤੀਆਂ ਦੇ ਵਿੱਚ ਭਗਤ ਜੀ ਇਹ ਬਚਨ ਕਰਦੇ ਨੇ ਕਿ ਕੁਝ ਲੋਕਾਂ ਦੀ ਮਨੌਤ ਹੈ। ਦੇਖੋ, ਭਗਤ ਨਾਮਦੇਵ ਜੀ ਮਹਾਰਾਸ਼ਟਰ ਦੇ ਵਿੱਚ ਰਹਿਣ ਵਾਲੇ ਨੇ ਔਰ ਮਰਾਠੀ ਬੋਲੀ ਦੇ ਵਿੱਚ ਪਾਵਨ ਸ਼ਬਦ ਹੈ। ਇਸ ਕਰਕੇ ਕੁਝ ਬੋਲ ਕਈ ਵਾਰੀ ਲੱਗਦਾ ਕਿ ਜੇ ਨਾ ਸਮਝੀਏ ਤੇ ਫਿਰ ਸਮਝ ਵਿੱਚ ਆਉਂਦੇ ਵੀ, ਪਰ ਜਿਵੇਂ ਜਿਵੇਂ ਪਿਆਰ ਬਣੇ ਫਿਰ ਬਾਣੀ ਦੀ ਸਮਝ ਵੀ ਲੱਗਦੀ। ਔਰ ਇਹਦੇ ਜਦੋਂ ਅਰਥ ਕਰੀਦੇ ਨੇ ਇੰਨੇ ਡੂੰਘੇ ਔਰ ਇੰਨੇ ਸਤਿਗੁਰੂ ਜੀ ਨੇ ਕਿਰਪਾ ਕੀਤੀ, ਭਗਤ ਨਾਮਦੇਵ ਜੀ ਨੇ ਸਾਨੂੰ ਸਮਝਾਇਆ ਕਿ ਦੇਖੋ ਉਹ ਪਰਿਪੂਰਨ ਪਰਮਾਤਮਾ, ਲੋਕਾਂ ਦੀ ਮਨੌਤ ਹੋਰ ਤਰ੍ਹਾਂ ਦੀ ਹੈ, ਪਰ ਭਗਤ ਨਾਮਦੇਵ ਜੀ ਬਿਲਕੁਲ ਉਸੇ ਤਰ੍ਹਾਂ ਜੋ ਕੁਛ ਉਹਨਾਂ ਨੇ ਦੇਖਿਆ, ਜੋ ਕੁਛ ਉਹਨਾਂ ਨੇ ਜਾਣਿਆ। ਦੇਖੋ, ਸਾਇੰਸ ਵੀ ਭਾਵੇਂ ਬੜੇ ਤਰਕ ਦਿੰਦੀ ਹੈ, ਕਿਉਂਕਿ ਸਾਇੰਸ ਜਿਹੜੀ ਹੈ ਉਹ ਇੱਕ ਮਨੁੱਖ ਦੀ ਕਾਢ ਹੈ। ਸਾਇੰਸ ਦੇ ਵਿੱਚੋਂ ਮਨੁੱਖ ਕੋਈ ਨਾ ਕੋਈ ਖੋਜ ਕਰਦਾ, ਸਰਚ ਕਰਦਾ, ਜਿਵੇਂ ਦੀ ਸਮਝ ਲੱਗਦੀ ਉਵੇਂ ਦੀ ਗੱਲ ਫਿਰ ਉਹ ਕਹਿ ਦਿੰਦਾ ਹੈ। ਪਰ ਸਤਿਗੁਰੂ ਜੀ ਨੇ ਪਾਵਨ ਬਚਨ ਬਾਣੀ 'ਚ ਕਿਹਾ ਹੈ ਕਿ ਜਿਹੜੇ ਭਗਤ ਜਨ ਨੇ, ਭੱਟ ਸਾਹਿਬ ਨੇ, ਗੁਰੂ ਕੇ ਸਿੱਖ ਜਿਨ੍ਹਾਂ ਦੀ ਬਾਣੀ ਗੁਰੂ ਸਾਹਿਬ 'ਚ ਦਰਜ ਹੈ, ਜਾਂ ਗੁਰੂ ਸਾਹਿਬ ਜੀ ਨੇ, ਚਾਹੇ ਰੱਬ ਦੇ ਬਾਰੇ ਤੇ ਚਾਹੇ ਰੱਬ ਦੀ ਬਣਾਈ ਹੋਈ ਕੁਦਰਤ ਦੇ ਬਾਰੇ, ਉਹ ਕੇਵਲ ਉਹ ਹੀ ਕੁਛ ਬੋਲਦੇ ਨੇ ਜੋ ਕੁਛ ਉਹ ਆਪਣੀ ਅੱਖੀਂ ਵੇਖਦੇ ਨੇ, ਜੋ ਕੁਛ ਅੱਖੀਂ ਵੇਖ ਕੇ ਉਹਨਾਂ ਨੂੰ ਅਹਿਸਾਸ ਹੁੰਦਾ ਹੈ ਕਿ ਰੱਬ ਪਰਮਾਤਮਾ ਇਸ ਤਰ੍ਹਾਂ ਦਾ ਹੈ ਤੇ ਸ੍ਰਿਸ਼ਟੀ ਕਦੋਂ ਦੀ ਬਣੀ ਹੈ। ਜੋ ਕੁਛ ਵੇਖਿਆ ਉਹ ਕੁਛ ਭਗਤ ਨਾਮਦੇਵ ਨੇ ਅੱਜ ਕਿਹਾ ਹੈ। ਔਰ ਸਤਿਗੁਰੂ ਜੀ ਦੇ ਪਾਵਨ ਬਚਨ ਨੇ ਕਿ ਸੰਤਨ ਕੇ ਸਾਚੇ ਸਾਖੀ, ਸਾਖੀ ਦਾ ਅਰਥ ਸਿੱਖਿਆ ਤੇ ਸੰਤਨ ਦਾ ਅਰਥ ਇੱਥੇ ਜੋ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਏ ਨੇ ਸੰਤ ਜਨ, ਗੁਰੂ ਸਾਹਿਬ ਜੀ ਚਾਹੇ ਭਗਤ ਜੀ, ਪਹਿਲੋਂ ਬੇਨਤੀ ਕੀਤੀ ਕਿ ਇਹ ਗੁਰੂ ਸਾਹਿਬ ਜੀ ਦੀ ਬਿਲਕੁਲ ਸੱਚੀ ਸਿੱਖਿਆ ਹੈ। ਤੇ ਕਿਹੜੀ ਜੀ? ਕਹਿੰਦੇ ਸੰਤਨ ਕੇ ਸਾਚੇ ਸਾਖੀ, ਸੋ ਬੋਲੇ ਜੋ ਪੇਖੈ ਆਂਖੀ। ਕਿ ਸੰਤ ਜਨ ਗੁਰੂ ਸਾਹਿਬ ਜੀ ਬੋਲਦੇ ਉਹ ਕੁਛ ਨੇ ਜੋ ਕੁਛ ਅੱਖਾਂ ਦੇ ਨਾਲ ਵੇਖਦੇ ਨੇ, ਭਾਵ ਕਿ ਜੋ ਕੁਛ ਸੱਚ ਹੈ। ਕਹਿੰਦੇ ਸੰਤਨ ਕੇ ਸਾਚੇ ਸਾਖੀ, ਸੋ ਬੋਲੇ ਜੋ ਦੇਖੈ ਆਂਖੀ। ਤੇ ਅੱਖੀ ਕੀ ਵੇਖਿਆ?
ਹੁਣ ਇੱਥੇ ਜਿਹੜੀ ਹੈ ਉਹ ਦਿੱਤੀ ਗਈ ਤਰਕ ਕਿ ਪਹਿਲੋਂ ਕੋਈ ਕੌਲ ਦਾ ਫੁੱਲ ਸੀ, ਫਿਰ ਸ੍ਰਿਸ਼ਟੀ ਬਣੀ। ਪਰ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਅੱਖਾਂ ਨਾਲ ਕੀ ਦੇਖਿਆ ਔਰ ਕੀ ਸਮਝਾਇਆ? ਕਹਿੰਦਾ ਪਹਿਲੋਂ ਕੁਝ ਨਹੀਂ ਸੀ, ਕੋਈ ਕੌਲ ਦਾ ਫੁੱਲ ਨਹੀਂ ਸੀ। ਉਹਨਾਂ ਨੇ ਤਰਕ ਦਿੱਤੇ ਪਹਿਲੋਂ ਵਿਸ਼ਨੂੰ ਸੀ, ਵਿਸ਼ਨੂੰ ਨੂੰ ਕਿਹਨੇ ਪੈਦਾ ਕੀਤਾ? ਸਤਿਗੁਰੂ ਜੀ ਕਹਿੰਦੇ ਕੋਈ ਵੀ ਨਹੀਂ ਸੀ। ਉਦੋਂ ਤੱਕ ਬਸ ਧੰਦੂਕਾਰਾ ਸੀ, ਕੇਵਲ ਧੰਦੂਕਾਰਾ। ਸਭ ਤੋਂ ਪਹਿਲੋਂ ਰੱਬ ਪਰਮੇਸ਼ਰ ਆਪ ਹੀ ਸੀ, ਉਸ ਤੋਂ ਪਹਿਲੋਂ ਕੁਝ ਨਹੀਂ ਸੀ। ਉਸ ਤੋਂ ਪਹਿਲੋਂ ਕੋਈ ਦਿਨ ਵੀ ਨਹੀਂ ਸੀ, ਰਾਤ ਵੀ ਨਹੀਂ ਸੀ। ਉਦੋਂ ਕੋਈ ਸੂਰਜ ਵੀ ਨਹੀਂ ਸੀ, ਚੰਦਰਮਾ ਵੀ ਨਹੀਂ ਸੀ। ਔਰ ਗੁਰੂ ਸਾਹਿਬ ਦੇ ਤੋਂ ਤੱਕ ਕਹਿੰਦੇ ਉਦੋਂ ਪਾਣੀ ਵੀ ਨਹੀਂ ਸੀ, ਹਵਾ ਵੀ ਨਹੀਂ ਸੀ। ਔਰ ਇੱਥੇ ਮਨੌਤ ਜੋ ਦਿੱਤੇ ਗਏ ਕਿ ਕਹਿੰਦੇ ਸਭ ਤੋਂ ਪਹਿਲੋਂ ਕੌਲ ਦਾ ਫੁੱਲ ਸੀ। ਪਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਉਹ ਤਾਂ ਹਵਾ ਵੀ ਨਹੀਂ ਸੀ, ਪਾਣੀ ਵੀ ਨਹੀਂ ਸੀ। ਪਾਣੀ ਤੋਂ ਬਿਨਾਂ ਕੌਲ ਦਾ ਫੁੱਲ ਹੁੰਦਾ ਹੀ ਨਹੀਂ, ਕਿਉਂਕਿ ਉਹ ਸੋ ਬੋਲੇ ਜੋ ਦੇਖਿਆ ਆਖੇ। ਔਰ ਧੰਨ ਗੁਰੂ ਨਾਨਕ ਸਾਹਿਬ ਜੀ ਅੱਖੀ ਵੇਖ ਕੇ ਕਹਿੰਦੇ ਨੇ, ਭਗਤ ਨਾਮਦੇਵ ਜੀ ਨੇ ਉਹਨਾਂ ਅੱਖਾਂ ਦੇ ਨਾਲ ਦੇਖਿਆ ਜਿਹੜੀਆਂ ਗਿਆਨ ਵਾਲੀਆਂ ਅੱਖਾਂ ਨੇ। ਧੰਨ ਗੁਰੂ ਨਾਨਕ ਸਾਹਿਬ ਦੇ ਪਾਵਨ ਬਚਨ ਨੇ, ਅਰਬਦ ਨਰਬਦ ਧੁੰਦੂ ਘਾਰਾ, ਧਰਨ ਨਾ ਗਗਨਾ ਹੁਕਮ ਅਪਾਰਾ। ਧਰਨ ਕਹਿੰਦੇ ਨੇ ਧਰਤੀ, ਨਾ ਧਰਤੀ ਸੀ ਨਾ ਹੀ ਅਸਮਾਨ ਸੀ। ਬਸ ਉਦੋਂ ਵੀ ਉਹਦਾ ਹੁਕਮ ਸੀ, ਉਹ ਆਪ ਵੀ ਸੀ ਕਿ ਨਾ ਦਿਨ ਰਹਿਣ, ਨਾ ਚੰਦ ਨਾ ਸੂਰਜ, ਸੁੰਨ ਸਮਾਧ ਲਗਾਇਂਦਾ। ਬਸ ਸਾਰੇ ਪਾਸੇ ਸੁੰਨ ਸਮਾਧੀ ਸੀ। ਉਸ ਸੁੰਨ ਸਮਾਧ ਵਿੱਚ ਕੇਵਲ ਆਪ ਹੀ ਸੀ। ਹਾਂ, ਇਹ ਸ੍ਰਿਸ਼ਟੀ ਕਦੋਂ ਬਣੀ ਇਹ ਕੋਈ ਨਹੀਂ ਜਾਣਦਾ, ਪਰ ਕਿਵੇਂ ਬਣੀ ਤਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸੋ ਬੋਲੇ ਜੋ ਦੇਖਿਆ ਅੱਖਾਂ ਦੇ ਨਾਲ ਵੇਖਿਆ। ਬਣੀ ਕਿਵੇਂ ਇਹ ਤੇ ਕਿਹਾ ਜਾ ਸਕਦਾ ਹੈ? ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਸਮਝਾਉਂਦੇ ਵੀ ਨੇ, ਦੱਸਦੇ ਵੀ ਨੇ ਸ੍ਰਿਸ਼ਟੀ ਕਿਵੇਂ ਬਣੀ। ਕਹਿੰਦੇ ਸਾਜੇ ਤੇ ਪਵਣਾ ਪਿਆ, ਸਭ ਤੋਂ ਪਹਿਲੋਂ ਸੱਚਾ ਪਰਮੇਸ਼ਰ ਆਪ, ਫਿਰ ਉਹਨੇ ਪਵਨ ਹਵਾ ਪੈਦਾ ਕੀਤੀ, ਹਵਾ ਤੋਂ ਪਾਣੀ ਬਣਿਆ। ਸਾਜੇ ਤੇ ਪਵਣਾ ਪਿਆ, ਪਵਣੇ ਤੇ ਜਲ ਹੋਏ, ਜਲ ਤੇ ਤ੍ਰਿਭਵਨ ਸਾਜਿਆ, ਘਟ ਘਟ ਜੋਤ ਸਮੋਏ। ਬਸ ਫਿਰ ਉਸ ਪਾਣੀ ਤੋਂ ਤਿੰਨਾਂ ਭਵਨਾਂ ਦੀ ਸ੍ਰਿਸ਼ਟੀ ਦੀ ਸਿਰਜਣਾ ਕਰ ਦਿੱਤੀ। ਔਰ ਮਨੁੱਖ ਦੇ ਜੀਵ ਦੇ ਜਿਹਨੂੰ ਗੁਰੂ ਸਾਹਿਬ ਨੇ ਪਾਵਨ ਬਚਨ ਕਹੇ ਨੇ, ਸਿਰਜਣਾ ਹੈ ਹੀ ਪਾਣੀ ਦੀ ਬੂੰਦ ਤੋਂ ਹੈ। ਧੰਨ ਗੁਰੂ ਅਰਜਨ ਦੇਵ ਜੀ ਪਾਵਨ ਬਚਨ ਕਰਦੇ ਨੇ ਕਿ ਰਕਤ ਬੂੰਦ ਕਰ ਨਿੰਮਿਆ, ਜਿਹਨੂੰ ਗੁਰੂ ਸਾਹਿਬ ਜੀ ਕਹਿੰਦੇ ਨੇ ਮਾਂ ਕੇ ਰਗਤ ਪਿਤਾ ਬਿੰਦ ਤਾਰਾ। ਕੇਵਲ ਇੱਕ ਪਾਣੀ ਦੇ ਬੂੰਦ ਤੋਂ ਰੱਬ ਨੇ ਇਹ ਸਾਰੀ ਸ੍ਰਿਸ਼ਟੀ ਬਣਾਈ। ਪਰ ਭਗਤ ਨਾਮਦੇਵ ਜੀ ਕਹਿੰਦੇ ਨੇ ਕਿ ਕੁਝ ਲੋਕਾਂ ਦੀ ਉਹਨਾਂ ਦੀ ਮੱਤ ਸੀ ਕਿ ਪਹਿਲ ਪੁਰੀਏ ਪਹਿਲਾ ਪਹਿਲ। ਪਹਿਲ ਪੁਰੀਏ ਦਾ ਅਰਥ ਪਹਿਲਾ ਪਹਿਲ। ਪੁੰਡਰਕ ਦਾ ਅਰਥ ਚਿੱਟੇ ਕੌਲ ਦੇ ਫੁੱਲ। ਵਣਾ ਦਾ ਅਰਥ ਜੰਗਲ ਕਰ ਲਈ ਜਾਂ ਬਾਗ ਕਰ ਲਈ। ਬਸ ਬਾਗ ਤੇ ਜੰਗਲ ਵਿੱਚ ਫਰਕ ਕੀ ਹੈ ਜੀ? ਜੰਗਲ ਉਹ ਹੈ ਕਿ ਜਿੱਥੇ ਕੌਲ ਦੇ ਫੁੱਲ ਵੀ ਹੋਣ ਤੇ ਨਾਲ ਹੋਰ ਘਾਹ ਵੀ ਉੱਗਿਆ ਹੋਵੇ। ਇਹ ਕਹਿ ਲਈ ਕਿ ਵਿੱਚ ਹੋਰ ਗੰਦਗੀ ਵੀ ਹੋਵੇ। ਬਾਗ ਉਹ ਹੈ ਜਿਹਦੇ ਵਿੱਚੋਂ ਛਾਂਟੇ ਕਰਕੇ ਗੰਦ ਕੱਢਿਆ ਜਾਂਦਾ ਤੇ ਕੇਵਲ ਤਰਤੀਬ ਦੇ ਕੇ ਫਿਰ ਉਹਨਾਂ ਬੂਟਿਆਂ ਨੂੰ ਸਜਾਇਆ ਜਾਂਦਾ, ਉਹ ਬਾਗ ਹੈ। ਹੁਣ ਭਗਤ ਨਾਮਦੇਵ ਜੀ ਕਹਿੰਦੇ ਨੇ ਕਿ ਉਹਨਾਂ ਲੋਕਾਂ ਦੀ ਇਹ ਮੱਤ ਹੈ ਕਿ ਸਭ ਤੋਂ ਪਹਿਲਾਂ ਕੌਲ ਦੇ ਫੁੱਲ ਸਨ। ਇਹ ਸਾਰਾ ਇੱਕ ਬਾਗ ਸੀ, ਜੰਗਲ ਸੀ, ਜਿੰਦੇ 'ਚ ਕੇਵਲ ਕੌਲ ਦੇ ਫੁੱਲ ਸਨ। ਪਹਿਲ ਪੂਰੀਏ ਪੁੰਡਰਕ ਵਨਾ, ਤਾਂਚੇ ਹੰਸਾ ਸਗਲੇ ਜਨਾ। ਤਾਂਚੇ ਦਾ ਅਰਥ ਉਹਨਾਂ ਤੋਂ, ਕੌਲ ਦੇ ਫੁੱਲਾਂ ਤੋਂ ਹੰਸਾ। ਹੰਸਾ ਦਾ ਅਰਥ ਬ੍ਰਹਮਾ ਜੀ ਵੀ ਕੀਤਾ ਗਿਆ ਹੈ। ਤਾਂਚੇ ਹੰਸਾ ਸਗਲੇ ਜਨਾ, ਅਰਥ ਇਹ ਵੀ ਕੀਤੇ ਗਏ ਕਿ ਸਾਰੇ ਜਨ ਜਿੰਨੇ ਵੀ ਪੈਦਾ ਹੋਏ ਹੰਸ ਵਰਗੇ ਸਨ। ਪਰ ਸਵਾਲ ਤੇ ਇਹ ਪੈਦਾ ਹੁੰਦਾ ਕਿ ਜੇ ਕੌਲ ਦਾ ਬਾਗ ਸੀ, ਕੌਲ ਦਾ ਜੰਗਲ ਸੀ, ਤੇ ਕਮਲ ਦੇ ਨੇੜੇ ਹੰਸਾਂ ਦਾ ਕੀ ਕੰਮ ਹੈ? ਹੰਸ ਤੇ ਮਾਨ ਸਰੋਵਰ ਤੇ ਰਹਿੰਦੇ ਨੇ, ਹੰਸ ਤੇ ਸਰੋਵਰ ਤੇ ਰਹਿੰਦੇ ਨੇ।
ਕੌਲ ਦੇ ਫੁੱਲਾਂ ਤੇ ਭਵਰੇ ਤੇ ਆ ਸਕਦੇ ਨੇ, ਪਰ ਇੱਥੇ ਹੰਸਾ ਦਾ ਅਰਥ ਉਹ ਹੰਸ ਨਹੀਂ ਹੈ। ਅਸਲ ਵਿੱਚ ਹੰਸਾ ਦਾ ਅਰਥ ਕੀਤਾ ਗਿਆ ਬ੍ਰਹਮਾ ਜੀ, ਕਿ ਉਸ ਕੌਲ ਦੇ ਫੁੱਲ ਤੋਂ ਬ੍ਰਹਮਾ ਜੀ ਪੈਦਾ ਹੋਏ, ਤੇ ਬ੍ਰਹਮਾ ਜੀ ਤੋਂ ਸਗਲੇ ਜਨਾ ਬਾਕੀ ਸਾਰੇ ਪੈਦਾ ਹੋਏ। ਹੁਣ ਭਗਤ ਨਾਮਦੇਵ ਜੀ ਕਹਿੰਦੇ ਨੇ ਇਹ ਉਹ ਮੰਨਦੇ ਨੇ, ਉਹਨਾਂ ਦੀ ਮਨੌਤ ਹੈ, ਪਰ ਭਗਤ ਨਾਮ ਜੀ ਕਹਿੰਦੇ ਨੇ ਹਕੀਕਤ ਕੀ ਹੈ ਕਿ ਕ੍ਰਿਸ਼ਨਾ ਤੇ ਜਾਨੋ ਹਾਰ। ਇਹ ਸਮਝ ਲਓ ਕ੍ਰਿਸ਼ਨਾ ਦਾ ਅਖਰੀ ਅਰਥ ਕਾਲਕ ਹੈ। ਕ੍ਰਿਸ਼ਨ ਭਗਵਾਨ ਨੂੰ ਕਿਹਾ ਜਾਂਦਾ ਹੈ, ਪਰ ਇੱਥੇ ਕ੍ਰਿਸ਼ਨਾ ਦੇ ਅਰਥ ਨੇ ਮਾਇਆ। ਕ੍ਰਿਸ਼ਨਾ ਦਾ ਅਰਥ ਕਾਲਕ ਤੋਂ ਭਾਵ ਅਰਥ ਮਾਇਆ। ਕ੍ਰਿਸ਼ਨਾ ਤੇ ਜਾਨੋ ਹਾਰ, ਕਹਿੰਦੇ ਇਸ ਮਾਇਆ ਤੋਂ ਉਸ ਹਰੀ ਪਰਮਾਤਮਾ ਨੂੰ, ਹਰੀ ਨੂੰ ਸਮਝ ਲਓ। ਕਿਵੇਂ ਜੀ? ਕਹਿੰਦੇ ਹਰ ਨਾਚਨ ਤੇ ਨਾਚਨਾ, ਇਹ ਮਾਇਆ ਹੀ ਸਾਰਿਆਂ ਦੇ ਵਿੱਚ ਨੱਚ ਰਹੀ ਹੈ, ਜਾਂ ਰੱਬ ਪਰਮੇਸ਼ਰ ਆਪ ਹੀ ਮਾਇਆ ਹੋ ਕੇ ਸਾਰਿਆਂ ਦੇ ਵਿੱਚ ਨੱਚ ਰਿਹਾ ਹੈ। ਹੁਣ ਇਹਦਾ ਭਾਵ ਅਰਥ ਕੀ ਹੈ? ਅੱਗੇ ਰਹਾਉ ਦੀਆਂ ਪੰਕਤੀ 'ਚ ਸਮਝਾਇਆ ਵੀ ਕਿ ਮਾਇਆ ਤੇ ਰੱਬ ਕੋਈ ਅੱਡੋ ਅੱਡ ਨਹੀਂ। ਇੱਥੇ ਕਹਿੰਦੇ ਨੇ ਪਹਿਲ ਪੁਰਸਾ ਬੇਰਾ, ਪਹਿਲ ਪਹਿਲਾ ਪੁਰਸ਼ ਦਾ ਅਰਥ ਪਰਮੇਸ਼ਰ ਪਰਮਾਤਮਾ, ਆਬਰਾ ਬਰਾ ਦਾ ਅਰਥ ਹੈ ਕਿ ਆਪਣੇ ਆਪ, ਆਪੇਰਾ ਆਪਣੇ ਆਪ ਨੂੰ ਪਰਮਾਤਮਾ ਨੇ ਆਪ ਪੈਦਾ ਕੀਤਾ। ਔਰ ਪ੍ਰੋਫੈਸਰ ਸਾਹਿਬ ਸਿੰਘ ਨੇ ਜਿਹੜੇ ਅਰਥ ਕੀਤੇ ਨੇ ਨਾਲ ਇਹ ਨੋਟ ਵੀ ਦਿੱਤਾ ਹੋਇਆ ਥੱਲੇ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਬੋਲ ਕਿ ਆਪੀਣੇ ਆਪ ਸਾਜਿਓ। ਸਭ ਤੋਂ ਪਹਿਲੋਂ ਆਪਣੇ ਆਪ ਨੂੰ ਪਰਮੇਸ਼ਰ ਨੇ ਆਪ ਸਾਜਿਆ, ਆਪ ਬਣਾਇਆ। ਪਹਿਲ ਪੁਰਸਾ ਬੇਰਾ, ਪਹਿਲੋਂ ਉਹਨੇ ਆਪਣੇ ਆਪ ਨੂੰ ਆਪ ਪੈਦਾ ਕੀਤਾ, ਆਪ ਪ੍ਰਗਟ ਹੋਇਆ। ਅਥੋਣ ਪੁਰਸਾ ਦਮਣਾ, ਅਥੋਣ ਦਾ ਅਰਥ ਹੁੰਦਾ ਫਿਰ ਬਾਅਦ ਵਿੱਚ ਪੁਰਸ਼ਾਦਮਰਾ, ਭਾਵੇਂ ਪਾਠ ਪੁਰਸ਼ਾਦਮਰਾ ਹੈ, ਪਰ ਸੰਧੀ ਛੇਦ ਕਰਕੇ ਜਦੋਂ ਪਾਠ ਕਰਾਂਗੇ ਪੁਰਸ਼ਾਤ ਦਮਰਾ, ਦਮਰਾ ਦਾ ਅਰਥ ਮਾਇਆ। ਪੁਰਸ਼ ਦਾ ਅਰਥ ਕੋਈ ਪਰਿਪੂਰਨ ਪਰਮਾਤਮਾ। ਕਹਿੰਦੇ ਫਿਰ ਪਰਮਾਤਮਾ ਨੇ ਆਪਣੇ ਤੋਂ ਬਾਅਦ ਮਾਇਆ ਬਣਾਈ, ਜਿਹਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਕੁਦਰਤ ਕਹਿੰਦੇ ਨੇ ਕਿ ਦੋਏ ਕੁਦਰਤ ਸਾਜੀ ਹੈ, ਕਰ ਆਸਣ ਡਿੱਠੋ ਚਾਓ। ਆਪਣੇ ਆਪ ਨੂੰ ਪੈਦਾ ਕੀਤਾ, ਫਿਰ ਇਹ ਮਾਇਆ ਬਣਾਈ, ਫਿਰ ਇਹ ਕੁਦਰਤ ਬਣਾਈ, ਤੇ ਇਸ ਮਾਇਆ ਦੇ ਵਿੱਚ, ਕੁਦਰਤ ਦੇ ਵਿੱਚ ਆਪ ਹੀ ਵਸ ਗਿਆ। ਹੁਣ ਇਹਦਾ ਮਤਲਬ ਮਾਇਆ ਰੱਬ ਨਾਲੋਂ ਵੱਖਣੀ, ਰੱਬ ਨੇ ਆਪ ਪੈਦਾ ਕੀਤੀ ਹੈ। ਤੇ ਜੇ ਰੱਬ ਨੇ ਆਪ ਪੈਦਾ ਕੀਤੀ ਹੈ, ਆਪਣੇ ਤੋਂ ਬਾਅਦ ਦੂਜੇ ਨੰਬਰ ਤੇ ਪੈਦਾ ਕੀਤੀ ਹੈ, ਤੇ ਇਹਦਾ ਭਾਵ ਅਰਥ ਵੀ ਕਿ ਬੜੀ ਸ਼ਕਤੀਸ਼ਾਲੀ ਹੈ। ਔਰ ਏਡੀ ਸ਼ਕਤੀਸ਼ਾਲੀ ਤੋਂ ਗੁਰੂ ਸਾਹਿਬ ਜੀ ਕਹਿੰਦੇ ਨੇ ਤੂੰ ਬਚ ਕੇ ਇਸ ਭਾਵ ਸਾਗਰ ਤੋਂ ਪਾਰ ਹੋ ਸਕਦਾ ਹੈ। ਕਿਉਂਕਿ ਸਤਿਗੁਰੂ ਜੀ ਨੇ ਪਾਵਨ ਬਚਨ ਕਹੇ ਨੇ ਮਹਾ ਮਾਇਆ ਤਾਕੀ ਹੈ ਛਾਇਆ। ਇਹ ਰੱਬ ਦੀ ਪਰਛਾਈ ਹੈ। ਜਿੱਥੇ ਰੱਬ ਦੀ ਗੱਲ ਹੋਵੇਗੀ ਉੱਥੇ ਨਾਲ ਦੂਜੀ ਮਾਇਆ ਦੀ ਜ਼ਰੂਰ ਹੋਵੇਗੀ। ਹੁਣ ਸਤਿਗੁਰੂ ਜੀ ਨੇ ਇੱਥੇ ਅੱਜ ਭਗਤ ਨਾਮਦੇਵ ਜੀ ਨੇ ਜੋ ਸਮਝਾਇਆ ਹੈ, ਪਹਿਲਾਂ ਰੱਬ ਨੇ ਆਪਣੇ ਆਪ ਨੂੰ, ਤੇ ਫਿਰ ਉਸ ਤੋਂ ਬਾਅਦ ਮਾਇਆ। ਫਿਰ ਕਹਿੰਦੇ ਅਸਗਾ ਅਸ ਉਸਗਾ, ਅਸਗਾ ਇਸ ਵਰਗਾ ਤੇ ਉਸਗਾ ਉਸ ਵਰਗਾ, ਭਾਵ ਮਾਇਆ ਵਰਗਾ ਤੇ ਰੱਬ ਵਰਗਾ। ਇਹ ਮੇਲ ਹੋਇਆ ਤੇ ਇਹ ਸ੍ਰਿਸ਼ਟੀ ਫਿਰ ਬਣੀ। ਜਾਂ ਸਿੱਧਾ ਸਮਝ ਲਈਏ ਕਿ ਮਾਇਆ ਤੋਂ ਤੇ ਰੱਬ ਦੇ ਸਮੇਲ ਤੋਂ, ਦੋਵਾਂ ਤੋਂ ਸ੍ਰਿਸ਼ਟੀ ਬਣੀ। ਮਾਇਆ ਤੋਂ ਤੇ ਰੱਬ ਤੋਂ ਹਵਾ ਬਣੀ, ਹਵਾ ਤੋਂ ਪਾਣੀ ਬਣਿਆ, ਪਾਣੀ ਤੋਂ ਕੇ ਸਾਰੀ ਸ੍ਰਿਸ਼ਟੀ ਬਣੀ। ਹਰ ਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ। ਤੇ ਇਹ ਜਿਹੜੀ ਸ੍ਰਿਸ਼ਟੀ ਹੈ, ਤਿੰਨੇ ਭਵਨ ਜਿਹੜੇ ਸਾਜੇ, ਇਹ ਹਰੀ ਦਾ ਪਰਮੇਸ਼ਰ ਦਾ ਬੜਾ ਸੋਹਣਾ ਬਾਗ ਹੈ। ਔਰ ਇਹ ਬਾਗ ਦੇ ਜਿਹੜੇ ਜੀਵ ਨੇ, ਜਾਂ ਕਹਿ ਲਈਏ ਬਾਗ ਹੈ, ਉਹ ਨੱਚ ਰਿਹਾ ਹੈ। ਕਿਵੇਂ ਨੱਚਦਾ ਹੈ? ਕਹਿੰਦੇ ਪਿੰਦੀ ਮੈਂ ਸਾਗਰਾ, ਪਿੰਦੀ ਖੂਹ ਦੀਆਂ ਟਿੰਡਾਂ, ਸਾਗਰਾ ਦਾ ਅਰਥ ਪਾਣੀ। ਕਿ ਜਿਵੇਂ ਖੂਹ ਦੀਆਂ ਟਿੰਡਾਂ ਦੇ ਵਿੱਚ ਪਾਣੀ ਨਹੀਂ ਨਾ ਡਿੱਗਦਾ, ਪਾਣੀ ਨੱਚਦਾ ਰਹਿੰਦਾ ਹੈ, ਹਿੱਲਦਾ ਰਹਿੰਦਾ ਹੈ, ਇਵੇਂ ਰੱਬ ਦਾ ਬਣਾਇਆ ਹੋਇਆ ਇਹ ਸੰਸਾਰ, ਇਹ ਬਾਗ ਟਿਕਦਾ ਹੀ ਨਹੀਂ। ਜਿਹਨੂੰ ਭਗਤ ਰਵਿਦਾਸ ਜੀ ਕਹਿੰਦੇ ਨੇ ਕਿ ਮਾਟੀ ਕਾ ਪੁੱਤਰਾ ਕੈਸੇ ਨਚਤ ਹੈ,
देखै सुनै बोलै सुनै दौड़ियो फिरता है। कहते हुण माया का पुतरा कैसे नचता है। देखै देखै सुनै बोलै दौड़ियो फिरता है। ये वेखदा भी है, सुनदा भी है, समझदा भी है, पर माया के प्रभाव के हेठ फिर भज्जी फिरदा है तो मिट्टी का पुतला। कहते रब ने परमेश्वर ने बाग बनाया फिर टिकदा नहीं, खूह दियां टिंडां की तरह नचदा रहिंदा है, माया के प्रभाव विच दौड़िया फिरदा है। ये रहाऊ दियां पंक्तियां ने। रहाओ नाचंते गोपी जन्ना नैया ते बैरे कन्ना। फिर कहते कौन कौन नचदा है, किवें नचदे ने। नाचंते गोपी, गोपी का अर्थ स्त्री, जन्ना का अर्थ पुरुष। कि संसार दे विच चाहे कोई नारी है चाहे कोई पुरख है, बस सारे उस माया के प्रभाव हेठ नच रहे हैं। क्यों नचते हैं? कहते नैया ते बैरे कन्ना। नैया, नैया का अर्थ खसम माड़क। आम तौर पर नैया के अर्थ किए जाते हैं बेड़ी, किश्ती, पर इत्थे अर्थ ने नैया वो मालक परमेश्वर है। क्योंकि परमेश्वर ते बैरे, बैरे का अर्थ वखरे, कन्ना का अर्थ कोई नहीं। कोई स्त्री होवे पुरख होवे, रब तो वखरा कोई नहीं। सारे किवें नचदे ने? क्योंकि स्त्रियों विच भी आप बोलदा है, वो मर्दां विच भी आप बोलदा है, क्योंकि उनके तो वखरा कोई नहीं। और नाल भगत जी कहते हैं तर्क ना चाह। भाई जे ये गल कही है ना कि सारिਆਂ ਦੇ ਵਿੱਚ आप ही है तो आप ही बोलते हैं, तो जे तर्क ना करी, पर तर्क तो आ जाता है कि ਜਿਹੜਾ इन्ना गंदा बोलते ने फिर उन्होंने विच भी रब बोलता है। पर भगत जी कहते हैं सारिਆਂ ਦੇ ਵਿੱਚ आप बोलता है, क्योंकि उन्हें तमाशा आप ही बनाया है तो आप ही तमाशा वेख रहे हैं, आप ही कर रहे हैं। इत्थे तो गल मुका दी कि किसी तो भी कोई भी रब तो वखरा नहीं, और तर्क ना करी। कहते तर्क ना चाह भरमिया चाह। जे कोई अंदर भरम है तो चुक दे कढ़ दे। क्यों जी? कहते केसवा बचौनी आइए मैये एक आन जियो। केसवा का अर्थ सोने केसा वाला रब, बचौनी बचन बोल। कहते सारे बोल उस रब दे ही ने। आइए मैये नारी के पुरख दे विच एक आन जियो, एक रस ही आप बोल रहे हैं। और माड़े बोलने वाले तो छड्डो, असीं ते चंगा कोई बोलता हो, पाठी सिंह भी पाठ करता हो तो समझने कि फलाने की आवाज़ कोई नहीं चंगी। पाठ भावें बड़ा शुद्ध है, विश्राम ला के भी बोलता है, फलाने की आवाज़ बड़ी सोहनी है, भावें सारे गलत पढ़ता हो, पर सानू लगता है कि ये बोलने वाला पाठी है। एक पाठी सिंह शब्द घाटी सिंह वरत्या जाता, पाठी बोलते हैं पाठी। कि भाई तू उच्चे उच्चे बोले जा से, भावें अंदर बहिए ना बहिए, तू बोली जा। पर भगत नामदेव जी कहते हैं पढ़ियो वो नहीं बोलता, उनके विच सोहना किस्सा वाला रब बोलता है। और उत्थे तो मेरे गुरु ग्रंथ साहिब जी आप पाठी सिंह के राही बोलते हैं, पर गल वखरी के सुनते सी कोई नहीं। खैर सतगुरु जी कृपा करते हैं। भगत नामदेव जी कहते हैं केसवा बचौनी, सोहने केसा वाले रब के बचन ने। आइए मैये नारी पुरख दे विच सब दे विच ते एक आन जियो। एक आन का अर्थ है कि एक रस लगातार सारिਆਂ ਦੇ ਵਿੱਚ आप बोल रहे हैं। अखीरलियां पंक्तियों के विच भगत नामदेव जी ने फिर पावन भजन कहे। पिंदे उपकले संसारा, पिंदे खूह दिया टिंडा उपकले, उनके विच पानी जिहड़ा है सागरा, पानी टिकदा नहीं, टिका सानू भी नहीं। भगत नामदेव जी कहते हैं टिका सानू भी नहीं। कहते भरम परमयाए तुम चे दोबारा। इस तरह भटक भटक के किते टिका नहीं मिलिया। पर हे रब जी, परमेश्वर जी, मालक जी, हुण तेरे दर ते आके टह पिया। भरम परम आए तुम चे दोबारा। और देखो जदों ढह के द्वार ते आइए ना, सानू ढहना नहीं होंदा, अंदरों वो ढहन का भाव निमरता आउंदी नहीं। जदों ढह पईए दुबारे ते सचमुच आ जाइए
ਤੇ ਫਿਰ ਰੱਬ ਉਦੋਂ ਵੀ ਬੋਲ ਕੇ ਕੋ ਪੁੱਛਦਾ ਸੀ ਤੂੰ ਕੌਣ ਰੇ, ਕਿ ਭਾਈ ਤੂੰ ਕੌਣ ਹੈ। ਔਰ ਉਹ ਰੱਬ ਜਾਂ ਰੱਬ ਰੂਪ ਗੁਰੂ ਗ੍ਰੰਥ ਸਾਹਿਬ ਜੀ ਅੱਜ ਵੀ ਬੋਲ ਕੇ ਪੁੱਛਦੇ ਨੇ ਭਾਈ ਤੂੰ ਕੌਣ ਹੈ। ਕਿਉਂਕਿ ਦੁਆਰੇ ਤੇ ਕੋਈ ਆਵੇ, ਆ ਕੇ ਦਰਵਾਜ਼ੇ ਨੂੰ ਖੜਕਾਏ ਤਾਂ ਕੋਈ ਪੁੱਛਿਆ ਤੇ ਜਾਂਦਾ ਨਾ ਭਾਈ ਕੌਣ ਹੈ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਜਦੋਂ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਸਨ, ਦੇਖੋ ਪਾਉਂਟਾ ਸਾਹਿਬ ਤੋਂ ਪਾਵਨ ਸ਼ਬਦ ਬਣਿਆ ਵੀ ਹੋਇਆ ਨਾ, ਜਿੱਥੇ 52 ਕਵੀ ਸਨ। ਸਤਿਗੁਰੂ ਜੀ ਨੇ 52 ਕਵੀ ਰੱਖੇ ਤੇ ਕਵੀ ਉਹਨਾਂ ਦੀ ਬੜੀ ਕਦਰ ਵੀ ਕਰਦੇ ਸਨ। ਇੱਕ ਬੜਾ ਗਰੀਬ ਜਿਹਾ ਸਿੱਖ ਪਾਟੇ ਹੋਏ ਕੱਪੜੇ ਅਨੰਦਪੁਰ ਸਾਹਿਬ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਦਰ ਤੇ ਆਇਆ ਔਰ ਆ ਕੇ ਸਿੱਖਾਂ ਨੂੰ ਪੁੱਛਦਾ ਹੈ ਕਿ ਭਾਈ ਇੱਥੇ ਕਵੀ ਸੰਮੇਲਨ ਵੀ ਹੁੰਦਾ ਹੈ। ਤੇ ਸਿੱਖ ਪੁੱਛਦੇ ਨੇ ਭਾਈ ਕਵੀ ਸੰਮੇਲਨ ਤੇ ਹੁੰਦਾ, ਪਰ ਤੂੰ ਕੌਣ ਹੈ ਗਰੀਬ ਪਰ ਰੱਬ ਨੇ ਗੁਣ ਦਿੱਤਾ ਹੈ, ਉਹ ਕਵਿਤਾ ਲਿਖ ਲੈਂਦਾ ਹੈ। ਕੱਪੜੇ ਪਾਟੇ ਹੋਏ ਨੇ, ਮੈਲੇ ਵੀ ਨੇ, ਕਹਿੰਦਾ ਮੈਂ ਕਵੀ ਹਾਂ। ਔਰ ਇੱਕ ਦੋ ਜਣੇ ਨੇ ਤਾਂ ਕਹਿ ਦਿੱਤਾ ਕਿ ਕੱਪੜੇ ਤਾਂ ਕਵੀਆਂ ਵਾਲੇ ਕੋਈ ਨਹੀਂ, ਕਿਉਂਕਿ ਕਵੀ ਤਾਂ ਸਾਰੇ ਚਿੱਟੇ ਚਿੱਟੇ ਸੋਹਣੇ ਸੋਹਣੇ ਕੱਪੜੇ ਪਾ ਕੇ ਹੁੰਦੇ ਨੇ, ਪਾਟੇ ਹੋਏ ਕੱਪੜੇ। ਉਹ ਕਹਿੰਦਾ ਨਹੀਂ ਮੈਂ ਕਵੀ ਹਾਂ ਔਰ ਮੈਂ ਆਪਣੀ ਕਵਿਤਾ ਆਪਣਾ ਗੁਣ ਗੁਰੂ ਸਾਹਿਬ ਨੂੰ ਵਿਖਾਉਣਾ ਚਾਹੁੰਦਾ। ਕਈਆਂ ਨੇ ਤਾਂ ਕਹਿ ਦਿੱਤਾ ਨਹੀਂ, ਤੇ ਇੱਕ ਦੇ ਵਿੱਚੋਂ ਕਹਿ ਦਿੱਤਾ ਵੀ ਭਾਈ ਕੋਈ ਨਹੀਂ, ਜੇ ਕਵੀ ਹੈ ਤੇ ਸ਼ਾਮੀ 4 ਵਜੇ ਤੱਕ ਕਵੀ ਦਰਬਾਰ ਹੁੰਦਾ ਹੈ, ਉੱਥੇ ਜੇ ਗੁਰੂ ਸਾਹਿਬ ਤੇਰੇ ਤੇ ਕਿਰਪਾ ਕਰਨਗੇ ਕੁਝ ਸੁਣ ਲੈਣਗੇ, ਨਹੀਂ ਤਾਂ 52 ਆਉਂਦੇ ਨੇ, ਹੋਰ ਵੀ ਆਉਂਦੇ ਨੇ, ਬੈਠੇ ਰਹਿੰਦੇ ਨੇ। ਸਮਾਂ ਕਈ ਵਾਰੀ ਸਾਰਿਆਂ ਨੂੰ ਨਹੀਂ ਮਿਲਦਾ। ਖੈਰ ਇਹ ਅੰਦਰ ਗਿਆ, ਪਹਿਲੀ ਵਾਰੀ ਆਇਆ ਸੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ, ਨਮਸਕਾਰ ਕੀਤੀ ਤੇ ਸਤਿਗੁਰੂ ਨੇ ਪੁੱਛਿਆ ਭਾਈ ਤੂੰ ਕੌਣ ਰੇ। ਰੱਬ ਜੀ ਆਵਾਜ਼ ਮਾਰ ਕੇ ਪੁੱਛਦੇ ਨੇ ਤੂੰ ਕੌਣ ਰੇ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਭਾਈ ਤੂੰ ਕੌਣ ਹੈ, ਕਿੱਥੋਂ ਆਇਆ, ਪਹਿਲੀ ਵਾਰੀ ਆਇਆ। ਉਰੇ ਕਹਿੰਦਾ ਸਤਿਗੁਰੂ ਜੀ ਮੈਂ ਕਵੀ ਹਾਂ ਔਰ ਮੈਂ ਇੱਕ ਕਵਿਤਾ ਆਪ ਜੀ ਨੂੰ ਸੁਣਾਉਣਾ ਚਾਹੁੰਦਾ ਹਾਂ। ਸਤਿਗੁਰੂ ਜੀ ਕਹਿੰਦੇ ਨੇ ਭਾਈ ਨਾਮ ਕੀ ਹੈ। ਔਰ ਅੱਗੋਂ ਬੜਾ ਸਹਿਜ ਕਹਿੰਦੇ ਸਤਿਗੁਰੂ ਜੀ ਗਰੀਬਾਂ ਦਾ ਕਹਿੰਦਾ ਨਾ, ਕਿਉਂਕਿ ਨਾਂ ਤੇ ਵੱਡਿਆ ਅਮੀਰ ਲੋਕਾਂ ਨੂੰ ਹੁੰਦਾ, ਗਰੀਬਾਂ ਦਾ ਕਹਿੰਦਾ ਨਾ। ਗਰੀਬਾਂ ਦਾ ਜਿਹੜਾ ਨਾਂ ਰੱਖਿਆ ਹੁੰਦਾ ਹੈ ਲੋਕੀ ਨਾਮ ਵੀ ਵਿਗਾੜ ਦਿੰਦੇ ਨੇ। ਪਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਦੱਸ ਤੇ ਸਹੀ ਮਾਂ ਪਿਓ ਨੇ ਨਾਂ ਕੀ ਰੱਖਿਆ ਹੈ। ਹੁਣ ਇਹ ਕਵੀ ਹੈ, ਕਹਿੰਦਾ ਸਤਿਗੁਰੂ ਜੀ ਮਾਂ ਪਿਓ ਨੇ ਨਾਂ ਤੇ ਰੱਖਿਆ ਹੈ, ਬੜਾ ਪਿਆਰਾ ਰੱਖਿਆ ਹੈ, ਪਰ ਉਹ ਨਾਂ ਆਪਣੇ ਕੰਨਾਂ ਤੋਂ ਕਦੇ ਸੁਣਿਆ ਨਹੀਂ। ਨਾਮ ਤੇ ਕਰਦੇ ਨੇ ਰੱਖਿਆ ਹੰਸ ਰਾਮ, ਪਰ ਸੱਚ ਇਹ ਹੈ ਕਿ ਜਦੋਂ ਦੀ ਹੋਸ਼ ਸੰਭਾਲੀ ਆਪਣੇ ਕੰਨਾਂ ਦੇ ਨਾਲ ਕਿਸੇ ਤੋਂ ਸੁਣਿਆ ਨਹੀਂ ਮੈਨੂੰ ਕੋਈ ਹੰਸ ਰਾਮ ਕਹਿੰਦਾ ਹੋ। ਇਸ ਤਰ੍ਹਾਂ ਆਵਾਜ਼ ਤੇ ਮਾਰਦੇ ਨੇ ਹੰਸੂ ਕਵਿਤਾ ਤੇ ਸੁਣਾ ਜਾ ਇੱਕ ਆ ਹੰਸੂ ਆਈ ਮੱਝਾਂ ਨੂੰ ਪੱਠੇ ਤੇ ਪਾ ਜਾ। ਬਸ ਲੋਕਾਂ ਨੇ ਨਾਮ ਵਿਗਾੜਿਆ ਹੋਇਆ। ਔਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਨੇ ਕਵੀ ਹੰਸਰਾਜ ਜੀ ਫਿਰ ਆਓ ਸੁਣਾਓ ਕਵਿਤਾ। ਹੁਣ ਜਦੋਂ ਪਹਿਲੀ ਵਾਰ ਪੂਰਾ ਨਾਮ ਸੁਣਿਆ ਤੇ ਨਾਲ ਸੁਣਿਆ ਕਿ ਜੀ ਵੀ ਲਾਇਆ ਔਰ ਲਾਇਆ ਵੀ ਉਹ ਕਿ ਜਿਹੜੇ ਦੁਨੀਆ ਦੇ ਦਾਤੇ ਨੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਕਹਿੰਦੇ ਇਸ ਹੰਸਰਾਜ ਦੇ ਅੱਖਾਂ 'ਚੋਂ ਪਾਣੀ ਆ ਗਿਆ ਸੀ। ਸਤਿਗੁਰੂ ਜੀ ਕਹਿੰਦੇ ਕਵਿਤਾ ਸੁਣਾ। ਹੁਣ ਕਵਿਤਾ ਸੁਣਾਈ, ਗੁਰੂ ਸਾਹਿਬ ਜੀ ਕਹਿੰਦੇ ਇੱਕ ਹੋਰ ਸੁਣਾ, ਦੂਜੀ ਸੁਣਾਈ ਕਹਿੰਦੇ ਇੱਕ ਹੋਰ ਸੁਣਾ। ਫਿਰ ਕਹਿੰਦਾ ਵੀ ਸੁਣਾਈ ਚੱਲ ਕਿ ਜਿੰਨੀਆਂ ਕੁ ਤੈਨੂੰ ਯਾਦ ਨੇ ਸੁਣਾਈ ਚੱਲ। ਘੰਟਾ ਸਵਾ ਘੰਟਾ ਲਗਾਤਾਰ ਕਿਸੇ ਹੋਰ ਨੂੰ ਨਹੀਂ ਟਾਈਮ ਮਿਲਿਆ। ਕਹਿੰਦੇ ਇਹ ਕਵਿਤਾ ਸੁਣਾਈ ਗਿਆ ਔਰ ਇਹਦੇ ਕਵਿਤਾ ਸੁਣ ਸੁਣ ਕੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਖੁਸ਼ ਹੁੰਦੇ ਗਏ। ਸਵਾ ਕੁ ਘੰਟਾ ਨੇ ਲਾਇਆ ਤੇ ਜਦੋਂ ਇਹ ਸੁਣਾ ਕੇ ਬੈਠਾ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਖਜ਼ਾਨਚੀ ਨੂੰ ਆਵਾਜ਼ ਮਾਰੀ, ਕਹਿੰਦੇ ਖਜ਼ਾਨੇ 'ਚ ਦੇਖੋ ਕਿ ਕਿੰਨਾ ਕੁ ਖਜ਼ਾਨਾ ਪਿਆ ਹੈ। ਔਰ ਖਜ਼ਾਨਚੀ ਨੇ ਆ ਕੇ ਦੱਸਿਆ ਸਤਿਗੁਰੂ ਜੀ 18,000 ਚਾਂਦੀ ਦੇ ਸਿੱਕੇ ਜਾਂ ਚਾਂਦੀ ਦੀਆਂ ਮੋਹਰਾਂ ਕਿਹਾ ਜਾਂਦਾ ਸੀ, ਰਜਤਪਣ ਸ਼ਬਦ ਵਰਤਿਆ ਜਾਂਦਾ ਸੀ।
ਚਾਂਦੀ ਦੇ 18,000 ਸਿੱਕੇ ਪਏ ਨੇ ਖਜ਼ਾਨੇ 'ਚ। ਗੁਰੂ ਸਾਹਿਬ ਜੀ ਕਹਿੰਦੇ ਸਾਰੇ ਥੈਲੀਆਂ 'ਚ ਭਰ ਲਿਆਓ, ਇਹ ਸਾਰਾ ਖਜ਼ਾਨਾ ਹੰਸਰਾਜ ਨੂੰ ਦਿਓ। ਹੰਸਰਾਜ ਜੀ ਖਜ਼ਾਨਾ ਅੱਜ ਤੁਹਾਡੇ ਵਾਸਤੇ, ਤੁਹਾਨੂੰ ਗਰੀਬ ਨਹੀਂ ਰਹਿਣ ਦੇਣਾ, ਕਿਉਂਕਿ ਸਤਿਗੁਰੂ ਜੀ ਨੇ ਜਿਹੜੇ ਪਾਵਨ ਬਚਨ ਕਹੇ ਸਨ ਨਾ, ਰਾਜਨ ਸੇ ਮੈਂ ਰੰਕ ਲੜਾਉ, ਤੈਨੂੰ ਰਾਜਾ ਬਣਾਉਣਾ, ਗਰੀਬ ਨਹੀਂ ਰਹਿਣ ਦੇਣਾ। ਔਰ ਹੰਸਰਾਜ ਕਵੀ ਹੱਥ ਜੋੜ ਕੇ ਕਹਿੰਦਾ ਸਤਿਗੁਰੂ ਜੀ ਮਜ਼ਾਕ ਕਰਦੇ, ਮੈਨੂੰ ਤਾਂ ਤੁਸੀਂ 5 ਸਿੱਕੇ ਵੀ ਦੇ ਦਿਓ, 5-7 ਸਿੱਕੇ ਦੇ ਦਿਓ, ਮੇਰੀ ਤਾਂ ਗਰੀਬੀ ਤਾਂ ਵੀ ਕੱਟੀ ਜਾਣੀ ਹੈ। ਤੇ ਕਵਿਤਾ ਸੁਣ ਕੇ ਏਡਾ ਵੱਡਾ ਖਜ਼ਾਨਾ ਕਿਹੜਾ ਦਿੰਦਾ ਹੈ। ਪਰ ਗੁਰੂ ਸਾਹਿਬ ਨੇ ਜਦੋਂ ਖਜ਼ਾਨਾ ਲਿਆਇਆ ਤੇ ਨਾਲ ਸਿੱਖਾਂ ਨੂੰ ਹੁਕਮ ਕੀਤਾ ਪਈ ਇੱਕ ਹਾਥੀ ਗਵਾਲੀਅਰ ਦੀ ਸੰਗਤ ਲੈ ਕੇ ਆਈ ਹੈ, ਉਸ ਹਾਥੀ ਦੇ ਉੱਤੇ ਹੋਜਾ ਪਾਓ, ਕਾਠੀ ਪਾਓ। ਔਰ ਕਵੀ ਹੰਸਰਾਜ ਜੀ ਤੁਸੀਂ ਜਦੋਂ ਅਨੰਦਪੁਰ ਸਾਹਿਬ ਆਉਣਾ, ਇਸ ਹਾਥੀ ਦੇ ਉੱਤੇ ਚੜ੍ਹ ਕੇ ਆਉਣਾ ਹੈ। ਹੁਣ ਹਾਥੀ ਵੀ ਮਿਲ ਗਿਆ, ਖਜ਼ਾਨਾ ਵੀ ਮਿਲ ਗਿਆ, ਸਤਿਗੁਰੂ ਜੀ ਨੇ ਨਾਲ 5-7 ਸਿੱਖ ਵੀ ਦਿੱਤੇ, ਘੋੜੇ ਦਿੱਤੇ ਪਏ, ਦਾ ਖਜ਼ਾਨਾ ਘਰ ਤੱਕ ਛੱਡ ਕੇ ਉਹਨਾਂ ਨਾਲ ਨਗਾਰਾ ਵੀ ਦਿੱਤਾ ਕਿ ਨਗਾਰਾ ਵਜਾ ਕੇ ਜਾਣਾ ਹੈ। ਸਤਿਗੁਰੂ ਜੀ ਆਪ ਬਾਹਰ ਵਿਦਿਆ ਕਰਨ ਆਏ, ਇੰਨਾ ਸਤਿਕਾਰ ਜਿਹੜਾ ਕਹਿੰਦਾ ਸੀ ਭਰਮ ਆਏ ਤੁਮ ਚ ਦੁਆਰਾ। ਔਰ ਇੰਨਾ ਸਤਿਕਾਰ ਜਦੋਂ ਕੀਤਾ, ਬਾਹਰ ਆ ਕੇ ਹੰਸਰਾਜ ਨੇ ਫਿਰ ਹੱਥ ਜੋੜੇ ਕਵੀ ਨੇ। ਇਹ 52 ਕਵੀਆਂ ਦੇ ਵਿੱਚੋਂ ਇੱਕ ਕਵੀ ਹੈ ਕਿ ਸਤਿਗੁਰੂ ਜੀ ਇਹ ਹਾਥੀ ਮੈਂ ਮੰਗਿਆ ਨਹੀਂ ਸੀ ਤੁਹਾਡੇ ਤੋਂ, ਖਜ਼ਾਨਾ ਮੰਗਿਆ ਨਹੀਂ ਸੀ, ਪਰ ਇੱਕ ਚੀਜ਼ ਤੁਹਾਡੇ ਤੋਂ ਹੁਣ ਮੰਗ ਕੇ ਲੈਣੀ ਹੈ। ਕਿਉਂਕਿ ਕਵੀ ਜਿਹੜੇ ਹੁੰਦੇ ਨੇ ਫਿਰ ਇੱਕ ਦੂਜੇ ਨਾਲ ਈਰਖਾ ਵੀ ਕਰਦੇ, ਨਾਲ ਦੇ ਨੇ ਇੱਕ ਦੂਜੇ ਨੂੰ ਉਂਝਾ ਮਾਰ ਕੇ ਕਹਿ ਕੇ ਦੇਖਿਆ, ਆਪਣੀ ਔਕਾਤ ਨੇ ਵਿਖਾ ਦਿੱਤੀ ਨਾ ਕਿ ਗੁਰੂ ਸਾਹਿਬ ਜੀ ਨੇ ਸਾਰਾ ਹੀ ਕੁਝ ਦੇ ਦਿੱਤਾ, ਹਾਥੀ ਐਡਾ ਕੀਮਤੀ ਸਾਰਾ ਖਜ਼ਾਨਾ ਦੇ ਦਿੱਤਾ, ਹਜੇ ਵੀ ਹੋਰ ਮੰਗਣਾ ਚਾਹੁੰਦਾ ਹੈ। ਉਹਨੇ ਮੰਗਿਆ ਸਤਿਗੁਰੂ ਜੀ ਇਹ ਤੁਸੀਂ ਖੁਸ਼ੀ ਨਾਲ ਦਿੱਤਾ ਹੈ, ਪਰ ਇੱਕ ਚੀਜ਼ ਹੋਰ ਮੰਗਣੀ ਜਿਹੜੀ ਮੈਂ ਮੰਗ ਕੇ ਲੈਣੀ ਹੈ। ਧੰਨ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਫਿਰ ਦੁਬਾਰੇ ਤੇ ਆਏ ਭਈ ਅੱਜ ਮੰਗਣਾ ਹੈ। ਔਰ ਇਹਨੇ ਮੰਗਿਆ ਸਤਿਗੁਰੂ ਜੀ ਕਿਰਪਾ ਕਰੀ ਕਿ ਆਪਣਾ ਸੇਵਕ ਬਣਾ ਲਓ, ਆਪਣੀ ਸਿੱਖੀ ਦੇ ਦਿਓ। ਔਰ ਇਹ ਅਸੀਂ ਬਹੁਤ ਘੱਟ ਮੰਗਦੇ, ਅਰਦਾਸ ਵਿੱਚ ਤੇ ਭਾਵੇਂ ਰੋਜ਼ ਹੀ ਪੜ੍ਹਦੇ ਦਿੰਦੇ, ਪੜ੍ਹਦੇ ਹਾਂ ਕਿ ਮੈਂ ਕਰਦਾ, ਮੰਗਦੇ ਨਹੀਂ ਪੜ੍ਹਦੇ ਹਾਂ। ਸਿੱਖਾਂ ਨੂੰ ਕੇਸ ਦਾਨ, ਸਿੱਖੀ ਦਾਨ ਰੋਜ਼ ਮੰਗਣੇ ਤੇ ਹੈ, ਪਰ ਨਾ ਕੇਸ ਰੱਖਣ ਵਾਲੇ ਪਾਸੇ ਤੁਰਨੇ, ਨਾ ਸਿੱਖੀ ਨੂੰ ਕਮਾਉਣ ਵਾਲੇ ਪਾਸੇ ਕਦੇ ਤੁਰੇ। ਔਰ ਸਤਿਗੁਰੂ ਜਦੋਂ ਕਹਿੰਦੇ ਨੇ ਭਾਈ ਇਸ ਹਾਥੀ ਦੇ ਉੱਤੇ ਚੜ੍ਹ ਕੇ ਜਾਣਾ, ਹਾਥੀ ਤੇ ਚੜ੍ਹਿਆ, ਨਾਲ ਨਗਾਰੇ ਗਏ। ਇਹ ਕਟੋਜ ਰਿਆਸਤ ਦਾ ਰਹਿਣ ਵਾਲਾ ਸੀ। ਜਦੋਂ ਆਪਣੇ ਪਿੰਡ ਦੇ ਕੋਲ ਪਹੁੰਚਿਆ, ਉੱਥੋਂ ਅੱਗੋਂ ਰਾਜਾ ਮਿਲਿਆ ਜਿਹਦਾ ਨਾਂ ਕਿਰਪਾਲ ਚੰਦ ਕਟੋਜੀ, ਆਪ ਜੀ ਨੇ ਬੜੀ ਵਾਰੀ ਸੁਣਿਆ। ਉਹਦੇ ਨਾਲ ਕੁਝ ਸੈਨਿਕ, ਉਹਨੇ ਘੋੜੇ ਤੋਂ ਥੱਲੇ ਉਤਰਿਆ, ਹੱਥ ਜੋੜ ਕੇ ਕਹਿੰਦਾ, ਕਿਉਂਕਿ ਹਾਥੀ ਤੇ ਚੜ੍ਹਿਆ ਹੈ। ਇਹਦੀ ਆਮ ਪ੍ਰਜਾ ਦੇ ਵਿੱਚ ਇੱਕ ਗਰੀਬ ਜਿਹਾ ਸੀ, ਕੋਈ ਪਿੰਡ ਵਾਲੇ ਵੀ ਨਾਂ ਨਹੀਂ ਸਨ ਜਾਣਦੇ। ਇਹ ਰਾਜਾ ਹੱਥ ਜੋੜ ਕੇ ਕਹਿੰਦਾ ਕਿਸੇ ਰਿਆਸਤ ਦੇ ਤੁਸੀਂ ਰਾਜੇ ਹੋ। ਔਰ ਇਹ ਸੁਣ ਕੇ ਉਸ ਹੰਸਰਾਜ ਕਵੀ ਦੀ ਅੱਖਾਂ 'ਚੋਂ ਫਿਰ ਪਾਣੀ ਕਿੱਥੇ ਰੁਕ ਗਏ। ਭਰੇ ਹੋਏ ਗਲੇ ਨਾਲ ਕਹਿੰਦਾ ਕਿ ਮੈਂ ਕਿਸੇ ਰਿਆਸਤ ਦਾ ਰਾਜਾ ਨਹੀਂ। ਜੇ ਰਾਜਾ ਨਹੀਂ ਤੇ ਇਹ ਜਿਹੜੇ ਨਗਾਰੇ ਵੱਜਦੇ ਨੇ ਹਾਥੀ ਤੇ ਚੜ੍ਹ ਕੇ, ਹਾਥੀ ਤੇ ਰਾਜਾ ਤੋਂ ਬਿਨਾਂ ਕੋਈ ਚੜ੍ਹ ਹੀ ਨਹੀਂ ਸਕਦਾ। ਇੰਨੀ ਅਮੀਰੀ ਤੇਰੇ ਕੋਲ ਆਈ ਕਿੱਥੋਂ? ਔਰ ਉਹ ਹੰਸਰਾਜ ਫਿਰ ਉੱਥੇ, ਭਾਵੇਂ ਉਹ ਸ਼ਬਦ ਭਗਤ ਰਵਿਦਾਸ ਜੀ ਦਾ ਹੈ, ਪਰ ਉਦੋਂ ਉੱਥੇ ਜ਼ਰੂਰ ਉਹਦੇ ਮਨ ਦੇ ਵਿੱਚੋਂ ਆਇਆ ਕਿ ਇਹ ਸਤਿਗੁਰੂ ਧੰਨ ਗੁਰੂ ਕਲਗੀਧਰ ਪਾਤਸ਼ਾਹ, ਤੇਰੇ ਤੋਂ ਬਿਨਾਂ ਇਹ ਪਾਤਸ਼ਾਹੀਆਂ ਹੋਰ ਕੌਣ ਦੇਣ ਸਕਦਾ ਹੈ। ਭਗਤ ਰਵਿਦਾਸ ਜੀ ਦਾ ਪਾਵਨ ਬਚਨ ਸੀ ਕਿ ਐਸੇ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਵਾਜ ਗੁਸਈਆ ਮੇਰਾ ਮੱਥੇ ਛੱਤਰ ਧਰੇ। ਗਰੀਬਾਂ ਦੇ ਮੱਥੇ ਤੇ ਛੱਤਰ ਤੇ ਤੂੰ ਹੀ ਧਰ ਸਕਣਾ। ਔਰ ਜਦੋਂ ਤੂੰ ਦੇਣ ਤੇ ਆਵੇਂ, ਛੱਤਰ ਰੱਖਣ ਤੇ ਆਵੇਂ, ਕਿ ਜਿਨ੍ਹਾਂ ਨੂੰ ਲੋਕ ਪਾਟੇ ਕੱਪੜੇ ਵਾਲੇ ਗਰੀਬ ਤੇ ਸ਼ੂਦਰ ਕਹਿ ਕੇ ਪਰਾ ਧੱਕੇ ਮਾਰਦੇ ਸਨ, ਕਿ ਜਾ ਕੇ ਛੋਤ ਜਗਤ ਕੋ ਲੱਗ ਗਏ ਤਾਂ ਪਰ ਤੂੰ ਹੀ ਢਰੇ। ਢਰੇ ਦਾ ਅਰਥ ਹੈ ਕਿ ਉਹਦੇ ਤੇ ਤੂੰ ਹੀ ਢਲਣਾ ਹੈ, ਤੂੰ ਹੀ ਤਰਸ ਕਰਨਾ ਹੈ। ਧੰਨ ਗੁਰੂ ਕਲਗੀ ਵਾਲੇ ਪਾਤਸ਼ਾਹ ਜੀ, ਲੋਕ ਕਹਿੰਦੇ ਸਨ ਪਾਟੇ ਕੱਪੜੇ ਵਾਲਾ ਹੰਸੂ, ਤੇ ਏਡੀ ਵੱਡੀ ਬਖਸ਼ਿਸ਼ ਦੇ ਦਿੱਤੀ। ਉੱਥੇ ਭਗਤ ਰਵਿਦਾਸ ਜੀ ਨੇ ਪਾਵਨ ਬਚਨ ਕਹੇ
कि जाके शोत जगत को लागे ता पर तू ही टरै, नीचों ऊंच करे मेरा गोबिंद, काहू ते ना डरै। और जदों वो गोबिंद गुरु मालक रब फिर नीचों ऊंच करन ते आउंदा, फिर किसी की परवाह थोड़ी करदा, ना किसी की सिफारिश सुनदा, ना किसी की मनदा है, ना किसी तो डरदा है। उत्थे भगत रविदास जी ने पावन बचन कहे, कहते किन्ना किन्ना नूं नीच तो ऊंच कर दिता, कि सदना वर्गे, नामदेव जी वर्गे, भगत कबीर जी वर्गे, त्रिलोचन वर्गे, कि इन्हां ते किरपा कीती। नामदेव कबीर त्रिलोचन सदना सैन करे, ते नाल ही कहंदे ने कह रविदास सुनो रे संतो, हर जी उत्ते सभै सरै। तू एक बार ढह के दर ते आ ते सही। भगत नामदेव जी कहंदे ने परम परम आए तुमचे द्वारा। और धन गुरु अर्जन देव महाराज सच्चे पातशाह जी पावन बचन करते हैं कि फिरत फिरत प्रभ आया, परया तू शरण आए। परम परम के आया, तेरे द्वार ते आया। धन गुरु अर्जन देव जी कहते तेरी शरण ते आया, भटक भटक के आ गया। अगों गुरु रब परमेश्वर आवाज़ मार के कहता तू कौन रे, ते जे आया तो की लैन आया। धन गुरु अर्जन देव जी उत्ते पावन बचन करते हैं, सानू किते मंगना आ जाए। कहते फिरत फिरत प्रभ आया, परया तू शरण आए। नानक की प्रभ बेनते, अपनी भगते लाए। बस वो चरणों की दात दे दो, अपनी भगती बख्श दो। इतिहास के विचों ते भावें वो जिहड़ी हंसराज ने मंगी, पर कहते ने तेरे नाम तो बिना, बंदगे तो बिना दुनिया की कोई ऐसी दौलत नहीं जिहड़ा किसी को अमीर कर सके। रब ने आवाज़ मार के पूछा नामदेव जदों कहते ने भरम भरम के तेरे द्वार ते आया, तू कौन रे भाई, तू कौन है। और भगत नामदेव के पावन बचन ने कि जदों असल दर ते आ जाइए ना, फिर लोग भावें ठाकर द्वारा कहते हैं, भावें उन्होंने अपने मलकाना हथ समझते हैं कि इत्थे असीं जा सकते हैं। भगत नामदेव जी का पावन बचन है, कहते हस्त खेलत तेरे देहरे आया, भगत करत नामा पकड़ उठाया। मैं तो हसदा खेलदा सुनिया सी कि तू ठाकुर द्वारे च रहिंदा, भगती करन आ गया। पर अखौते ब्राह्मण, अखौते उच्चे जात वाले ने बाह तो फड़ के धक्के मार के बाहर कढ़ दिता। पर वो जिहड़ा आवाज़ दे के पुछदा कि भाई तू कौन है, कहते उन्होंने तो बाहर कढ़ दिता, पर उन्हें उस ठाकुर द्वारे का देहरे घुमा दिता, मूँह घुमा दिता। जिन्होंने गुरु साहब जी कहते हैं हंकारियां निंदका पिठ दे, हर नाम दे मुख लाया। वो दरबारे के भावें पिछे जाके बैठे, पर वो फिर आवाज़ मार के पूछता भाई तू कौन है। अगों भगत नामदेव जी कहते ने मैं जी रब जी परमेश्वर जी मैं हाँ। अगों आवाज़ आउंदी नामा, भी कौन नामदेव है हो जी। भगत नामदेव जी कहते हैं हाँ जी मैं नामा ही हाँ। आला ते निवारणा जम कारणा, हे दुखों के घर तो बचाने वाले रब परमेश्वर जी, जमा के कारणों तो बचाने वाले रब जी मैं नामदेव हाँ, तेरी शरण दे विच आया रख। और सतगुरु जी कृपा करन सानू किते शरण दे विच आउणा आ जाए, क्योंकि असीं ते शरण इहनूं समझदे हो क्या जा सकता है, गुरु की शरण विच बैठे हाँ। पर असीं सिर्फ उन्नी को देर समझना जदों तक इत्थे बैठे हैं, तो जिदन शरण में आ जाएंगे ना, फिर भावें बाजार दे विच लंघदे हुए, भावें उच्ची उच्ची आवाज़ दे विच जिन्ने मर्जी गंदे गीत चलते हो, पर जिहड़ा शरण में आया उनके कन्नां 'च कुछ पैना ही नहीं, उन्हें कदे गलत करना ही नहीं। जिहड़ा शरण में आ गया उन्हें हर वेले समझना कि गुरु मेरे नाल है। शरण में आने का भाव अर्थ है सतगुरु जी कृपा करना, साडी कहण वाले ते सुनने वाले नूं किते समझ में आ जाए। हुई भुलों की खिमा। आओ 1-2 मिनट होर रसना के नाल हाजिरी लवाइए, फिर समाप्ति है जी। वाहे गुरु वाहे